ਹੈਲੋ ਫਰੈਂਡਸ, ਵੈਲਕਮ ਹੈ ਤੁਹਾਡਾ ਸੁਖ ਆਇਲਸ ਦੇ ਅਫੀਸ਼ੀਅਲ YouTube ਚੈਨਲ ਤੇ। ਮੈਂ ਹਾਂ ਤੁਹਾਡਾ ਆਪਣਾ ਸੁਖ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੱਕ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ 9 ਬੈਂਡ ਵੋਕੈਬਲਰੀ ਵਰਡਸ ਬਾਰੇ। ਅਕਸਰ ਆਇਲਸ ਸਟੂਡੈਂਟਸ ਨੂੰ ਰਾਈਟਿੰਗ ਟਾਸਕ 2 ਦੇ ਵਿੱਚ ਬਹੁਤ ਡਿਫਿਕਲਟੀ ਆਉਂਦੀ ਹੈ ਕਿਉਂਕਿ ਉਹ 7 ਬੈਂਡ ਤੱਕ ਅਚੀਵ ਕਰ ਲੈਂਦੇ ਹਨ, ਪਰ ਵੋਕੈਬਲਰੀ ਪੋਰਸ਼ਨ ਤੇ ਆ ਕੇ ਉਹ ਅੜ ਜਾਂਦੇ ਹਨ। ਇਸ ਲਈ ਅਸੀਂ ਵੋਕੈਬਲਰੀ ਪੋਰਸ਼ਨ ਦੀ ਦਿੱਕਤ ਨੂੰ ਦੂਰ ਕਰਨ ਦੇ ਲਈ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ 15 ਕੁਝ ਅਜਿਹੇ ਵਰਡ ਜਿਹੜੇ ਤੁਸੀਂ ਕਿਸੇ ਵੀ ਐਸੇ ਦੇ ਵਿੱਚ ਯੂਜ਼ ਕਰ ਸਕਦੇ ਹੋ। ਇਹ 9 ਬੈਂਡ ਵੋਕੈਬਲਰੀ ਵਰਡ ਹਨ। ਇਹਨਾਂ ਦਾ ਯੂਜ਼ ਕਿਸੇ ਵੀ ਐਸੇ ਦੇ ਵਿੱਚ ਹੋ ਸਕਦਾ। ਇਹ ਕੋਈ ਮੈਟਰ ਨਹੀਂ ਕਰਦਾ ਕਿ ਉਹ ਐਸੇ ਚਾਈਲਡ ਕੇਅਰ 'ਤੇ ਹੈ, ਇਨਵਾਇਰਨਮੈਂਟ 'ਤੇ ਹੈ ਜਾਂ ਫਿਰ ਕੋਈ ਹੋਰ ਟੌਪਿਕ ਦਾ ਐਸੇ ਹੈ। ਇਹ ਵੋਕੈਬਲਰੀ ਵਰਡ ਕਾਮਨ ਨੇ, ਤੁਸੀਂ ਇਹਨੂੰ ਐਜ਼ ਅ ਕਨੈਕਟਰ ਵੀ ਯੂਜ਼ ਕਰ ਸਕਦੇ ਹੋ। ਇਹਨਾਂ ਵੋਕੈਬਲਰੀ ਵਰਡਸ ਨੂੰ ਆਪਾਂ ਹਰ ਇੱਕ ਐਸੇ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਇਹ ਲਗਭਗ 15 ਵੋਕੈਬਲਰੀ ਵਰਡਸ ਨੇ। ਹਾਂਜੀ ਫਰੈਂਡਸ, ਸਭ ਤੋਂ ਪਹਿਲਾ ਵਰਡ ਹੈ ਜੀ ਕਟਿੰਗ ਐਜ ਤੇ ਕੰਟੈਂਪਰਰੀ। ਇਹਨਾਂ ਦੋਨਾਂ ਦਾ ਮਤਲਬ ਹੈ ਜੀ ਮਾਡਰਨ। ਆਪਾਂ ਨਾਰਮਲੀ ਯੂਜ਼ ਕਰਦੇ ਹਾਂ ਆਇਲਸ ਰਾਈਟਿੰਗ ਟਾਸਕ 2 ਦੇ ਵਿੱਚ ਮਾਡਰਨ ਐਰਾ ਇਹ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਕਿਉਂਕਿ ਲਗਭਗ ਮੋਸਟ ਆਫ ਦਾ ਐਸੇਜ਼ ਸਾਰੇ ਮਾਡਰਨ ਟਾਈਮ 'ਤੇ ਹੀ ਹੁੰਦੇ ਨੇ। ਮਤਲਬ ਮਾਡਰਨ ਐਰਾ ਦੀ ਗੱਲ ਕਿਤੇ ਨਾ ਕਿਤੇ ਹੋ ਹੀ ਜਾਂਦੀ ਹੈ ਉਹਨਾਂ ਦੇ ਵਿੱਚ। ਉੱਥੇ ਮਾਡਰਨ, ਜੇਕਰ ਆਪਾਂ ਮਾਡਰਨ ਐਰਾ ਯੂਜ਼ ਕਰਦੇ ਹਾਂ ਉੱਥੇ, ਤਾਂ ਉਹ ਬੜਾ ਸਿੰਪਲ ਜਿਹਾ ਇੱਕ ਨਾਰਮਲ ਵਰਡ ਹੈ ਜਿਸ ਦੀ ਕੋਈ ਹਾਈ ਰੈਂਕਿੰਗ ਨਹੀਂ ਹੁੰਦੀ। ਮਤਲਬ ਕਿ ਉਹ ਇੱਕ 5.5 ਤੋਂ 6 ਬੈਂਡ ਵਾਲਾ ਸਟੂਡੈਂਟ ਯੂਜ਼ ਕਰਦਾ ਹੈ। ਪਰ ਜੇਕਰ ਆਪਾਂ ਉਸ ਦੀ ਜਗ੍ਹਾ 'ਤੇ ਕੋਈ 8 ਬੈਂਡ ਵੋਕੈਬਲਰੀ ਵਰਡ ਯੂਜ਼ ਕਰੀਏ ਜਿਵੇਂ ਕਿ ਕੰਟੈਂਪਰਰੀ ਤੇ ਕਟਿੰਗ ਐਜ, ਆਪਾਂ ਮਾਡਰਨ ਦੀ ਜਗ੍ਹਾ 'ਤੇ ਯੂਜ਼ ਕਰ ਸਕਦੇ ਹਾਂ ਕਟਿੰਗ ਐਜ ਐਰਾ, ਕੰਟੈਂਪਰਰੀ ਐਰਾ। ਇਹ ਦੋਨੋਂ 8 ਬੈਂਡ ਵੋਕੈਬਲਰੀ ਵਰਡ ਨੇ ਤੇ ਇਹ ਆਪਣਾ ਇੰਪ੍ਰੈਸ਼ਨ ਬਹੁਤ ਵਧੀਆ ਪਵੇਗਾ ਕਿ ਸਟੂਡੈਂਟ ਨੂੰ ਨੌਲੇਜ ਹੈ ਵੋਕੈਬਲਰੀ ਬਾਰੇ। ਇਸ ਲਈ ਇਹ ਦੋਨੋਂ ਵੋਕੈਬਲਰੀ ਵਰਡ ਨੇ ਮਾਡਰਨ ਦੇ ਲਈ। ਜਦੋਂ ਕਿਤੇ ਵੀ ਮਾਡਰਨ ਐਰਾ ਯੂਜ਼ ਕਰਨਾ ਹੈ ਤਾਂ ਆਪਾਂ ਉੱਥੇ ਕੰਟੈਂਪਰਰੀ ਤੇ ਕਟਿੰਗ ਐਜ ਨੂੰ ਪਲੇਸ ਕਰ ਸਕਦੇ ਹਾਂ। ਫੋਰ ਐਗਜ਼ਾਮਪਲ, ਇਨ ਦਿਸ ਕਟਿੰਗ ਐਜ ਐਰਾ ਕ੍ਰਾਈਮ ਰੇਟ ਇਜ਼ ਇਨਕਰੀਜ਼ਡ ਡੇ ਬਾਈ ਡੇ। ਹੁਣ ਆਪਾਂ ਇੱਥੇ ਕੀ ਕਿਹਾ ਕਿ ਅੱਜ ਕੱਲ੍ਹ ਦੇ ਇਸ ਮਾਡਰਨ ਯੁੱਗ ਦੇ ਵਿੱਚ ਕ੍ਰਾਈਮ ਰੇਟ ਹੈ ਜੋ ਉਹ ਦਿਨ ਬਾਏ ਦਿਨ ਵੱਧਦਾ ਜਾਂਦਾ ਹੈ। ਅਤੇ ਆਪਾਂ ਕਟਿੰਗ ਐਜ ਨੂੰ ਰਿਪਲੇਸ ਵੀ ਕਰ ਸਕਦੇ ਹਾਂ ਕੰਟੈਂਪਰਰੀ ਦੇ ਨਾਲ। ਜੇਕਰ ਆਪਾਂ ਇੱਕ ਵਾਰ ਹੋਰ ਰਿਪੀਟ ਕਰਨੀ ਇਹ ਲਾਈਨ ਤਾਂ ਆਪਾਂ ਐਸੇ ਦੇ ਵਿੱਚ ਉਹਨੂੰ ਕੰਟੈਂਪਰਰੀ ਲਿਖ ਦਾਂਗੇ, ਮਾਡਰਨ ਐਰਾ ਨੂੰ, ਕਟਿੰਗ ਐਜ ਐਰਾ ਨੂੰ, ਤਾਂ ਉਹਨੂੰ ਕੰਟੈਂਪਰਰੀ ਨਾਲ ਰਿਪਲੇਸ ਕਰ ਸਕਦੇ ਹਾਂ। ਇਹ ਦੋਨੋਂ 8 ਬੈਂਡ ਵੋਕੈਬਲਰੀ ਵਰਡ ਨੇ ਮਾਡਰਨ ਦੇ ਲਈ ਅਤੇ ਇਹਨਾਂ ਨੂੰ ਯੂਜ਼ ਕਰਕੇ ਆਪਾਂ ਡੈਫੀਨੇਟਲੀ ਆਪਣਾ ਬੈਂਡ ਸਕੋਰ ਇਨਕਰੀਜ਼ ਕਰ ਸਕਦੇ ਹਾਂ। ਇਹ ਕਾਮਨਲੀ ਹਰ ਇੱਕ ਐਸੇ ਦੇ ਵਿੱਚ ਯੂਜ਼ ਹੋ ਜਾਂਦੇ ਨੇ। ਹਾਂਜੀ ਫਰੈਂਡਸ, ਨੈਕਸਟ ਵਰਡ ਹੈ ਆਰਟੀਕੂਲੇਟ, ਜਿਸ ਦਾ ਮਤਲਬ ਹੈ ਐਕਸਪ੍ਰੈਸ। ਇਟਸ ਮੀਨ ਐਕਸਪ੍ਰੈਸ, ਜਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਦਰਸਾਉਣਾ, ਕਿਸੇ ਚੀਜ਼ ਨੂੰ ਦਰਸਾਉਣਾ। ਇਹ ਜਨਰਲੀ ਵਰਡ ਅਲੱਗ-ਅਲੱਗ ਥਾਵਾਂ 'ਤੇ ਯੂਜ਼ ਹੁੰਦਾ ਹੈ, ਪਰ ਜੇ ਆਮ ਤੌਰ 'ਤੇ ਇਸ ਦੀ ਗੱਲ ਕਰੀਏ ਤਾਂ ਇਹ ਵਰਡ ਮੋਸਟਲੀ ਯੂਜ਼ ਹੁੰਦਾ ਹੈ ਥੀਸਿਸ ਲਾਈਨ ਦੇ ਵਿੱਚ। ਰਾਈਟਿੰਗ ਟਾਸਕ 2 ਦੇ ਵਿੱਚ ਸਪੈਸੀਫਿਕ ਥੀਸਿਸ ਲਾਈਨ ਦੇ ਵਿੱਚ ਯੂਜ਼ ਕੀਤਾ ਜਾਂਦਾ ਇਹ ਵਰਡ ਜ਼ਿਆਦਾਤਰ। ਫੋਰ ਐਗਜ਼ਾਮਪਲ, ਥੀਸਿਸ ਲਾਈਨ ਦੀ ਇਹ ਲਾਈਨ ਹੈ, ਦਿਸ ਐਸੇ ਵਿਲ ਆਰਟੀਕੂਲੇਟ ਇਟਸ ਫੁੱਲ ਅਗਰੀਮੈਂਟ ਪੁਆਇੰਟਸ ਇਨ ਫੋਰਥਕਮਿੰਗ ਪੈਰਾਗ੍ਰਾਫਸ। ਇਸ ਦਾ ਮਤਲਬ ਹੈ ਕਿ ਇਹ ਐਸੇ ਦਰਸਾਵੇਗਾ ਆਪਣੇ ਅਗਰੀਮੈਂਟ ਦੇ ਪੁਆਇੰਟਸ ਆਉਣ ਵਾਲੇ ਪੈਰਾਗ੍ਰਾਫਸ ਦੇ ਵਿੱਚ। ਤਾਂ ਜਦੋਂ ਆਪਾਂ ਨੇ ਇਹ ਐਵੇਂ ਦੀ ਥੀਸਿਸ ਲਾਈਨ ਲਿਖਣੀ ਹੋਵੇ ਤਾਂ ਆਪਾਂ ਉੱਥੇ ਇਸ ਵਰਡ ਦਾ ਯੂਜ਼ ਕਰਦੇ ਹਾਂ। ਇਹ ਵੀ ਇੱਕ 8 ਬੈਂਡ ਵੋਕੈਬਲਰੀ ਵਰਡ ਕੰਸੀਡਰ ਕੀਤਾ ਜਾਂਦਾ ਹੈ ਜੋ ਐਗਜ਼ਾਮੀਨਰ 'ਤੇ ਬੈਟਰ ਇੰਪ੍ਰੈਸ਼ਨ ਪਾਉਂਦਾ ਹੈ। ਹਾਂਜੀ ਫਰੈਂਡਸ, ਨੈਕਸਟ ਵਰਡ ਹੈ ਜੀ ਫੋਰਥਕਮਿੰਗ। ਇਹ ਵਰਡ ਦਾ ਮਤਲਬ ਹੁੰਦਾ ਹੈ ਅਪਕਮਿੰਗ। ਇਹ ਜਨਰਲੀ ਸਟੂਡੈਂਟਸ ਯੂਜ਼ ਕਰਦੇ ਨੇ ਕਲੋਜ਼ ਅਪ ਲਾਈਨ ਦੇ ਵਿੱਚ, ਜਿਹੜੀ ਕਿ ਥੀਸਿਸ ਤੋਂ ਬਾਅਦ ਆਉਂਦੀ ਹੈ। ਫੋਰ ਐਗਜ਼ਾਮਪਲ, ਜਦੋਂ ਆਪਾਂ ਇੱਕ ਥੀਸਿਸ ਲਾਈਨ ਦਿੰਦੇ ਹਾਂ, ਦੇਖੋ ਜਿਵੇਂ ਆਈ ਅਗਰੀ ਵਿਦ ਦਿਸ ਨੋਸ਼ਨ ਐਂਡ ਆਈ ਵਿਲ ਡਿਸਕਸ ਸਮ ਅਗਰੀਮੈਂਟ ਪੁਆਇੰਟਸ ਇਨ ਫੋਰਥਕਮਿੰਗ ਪੈਰਾਗ੍ਰਾਫ। ਮਤਲਬ ਕਿ ਜਦੋਂ ਆਪਾਂ ਇੱਕ ਥੀਸਿਸ ਲਾਈਨ ਦੇਤੀ ਵੀ ਮੈਂ ਇਸ ਨਾਲ ਅਗਰੀ ਹਾਂ ਅਤੇ ਆਉਣ ਵਾਲੇ ਪੈਰਾਗ੍ਰਾਫਸ ਦੇ ਵਿੱਚ ਮੈਂ ਇਸ ਬਾਰੇ ਡਿਸਕਸ ਕਰਾਂਗਾ। ਜਦੋਂ ਆਪਾਂ ਆਉਣ ਵਾਲੇ ਪੈਰਾਗ੍ਰਾਫਸ ਲਿਖਣਾ ਹੈ ਤਾਂ ਉਸ ਦੀ ਜਗ੍ਹਾ 'ਤੇ ਸਟੂਡੈਂਟਸ ਅਪਕਮਿੰਗ ਪੈਰਾਗ੍ਰਾਫਸ ਯੂਜ਼ ਕਰਦੇ ਨੇ, ਪਰ ਮੈਂ ਪ੍ਰੈਫਰ ਕਰਦਾ ਕਿ ਇੰਸਟੈਡ ਆਫ ਯੂਜ਼ਿੰਗ ਅਪਕਮਿੰਗ ਪੈਰਾਗ੍ਰਾਫਸ ਤੁਸੀਂ ਉੱਥੇ ਯੂਜ਼ ਕਰੋ ਫੋਰਥਕਮਿੰਗ ਪੈਰਾਗ੍ਰਾਫਸ, ਜਿਹੜਾ ਕਿ ਇੱਕ 7 to 8 ਬੈਂਡ ਵੋਕੈਬਲਰੀ ਵਰਡ ਕੰਸੀਡਰ ਕੀਤਾ ਜਾਂਦਾ ਹੈ। ਅਪਕਮਿੰਗ ਜਨਰਲ ਵਰਡ ਹੋ ਗਿਆ, ਪਰ ਫੋਰਥਕਮਿੰਗ ਇੱਕ ਵੋਕੈਬਲਰੀ ਵਰਡ ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਸਕੋਰਿੰਗ ਹਾਈ ਹੋਵੇਗੀ। ਇਹ ਲਗਭਗ 7.5 to 8 ਬੈਂਡ ਵੋਕੈਬਲਰੀ ਵਰਡ ਹੈ। ਇਸ ਵਰਡ ਨੂੰ ਆਪਾਂ ਕਿਸੇ ਵੀ ਐਸੇ ਦੇ ਵਿੱਚ
ਹਰ ਇੱਕ ਐਸੇ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਹਾਂਜੀ ਫਰੈਂਡਸ, ਨੈਕਸਟ ਵਰਡ ਹੈ ਜੀ ਕਮੈਂਸ। ਕਮੈਂਸ ਦਾ ਮਤਲਬ ਹੁੰਦਾ ਹੈ ਸਟਾਰਟ ਜਾਂ ਬਿਗਿਨ। ਇਹ ਵਰਡ ਆਪਾਂ ਜਨਰਲੀ ਯੂਜ਼ ਕਰਦੇ ਹਾਂ ਜਦੋਂ ਆਪਾਂ BP1 ਦੀ ਸਟਾਰਟਿੰਗ ਕਰਨੀ ਹੁੰਦੀ ਹੈ ਰਾਈਟਿੰਗ ਟਾਸਕ 2 ਦੇ ਵਿੱਚ। ਲਾਈਕ ਇੱਕ ਐਸੇ ਹੈ ਐਗਰੀ ਡਿਸਐਗਰੀ ਦਾ, ਜੇਕਰ ਆਪਾਂ ਉਸ ਦੇ ਵਿੱਚ ਐਗਰੀ ਜਾ ਰਹੇ ਹਾਂ ਅਤੇ ਅਗਰੀ ਜਾਣ ਮੌਕੇ ਆਪਾਂ BP1 ਦੀ ਸਟਾਰਟਿੰਗ ਕਰਾਂਗੇ ਜਦੋਂ, ਤਾਂ ਉੱਥੇ ਇਹ ਵਰਡ ਯੂਜ਼ ਕੀਤਾ ਜਾਂਦਾ ਹੈ ਟੂ ਕਮੈਂਸ ਵਿਦ। ਫੋਰ ਐਗਜ਼ਾਮਪਲ, ਟੂ ਕਮੈਂਸ ਵਿਦ ਦ ਅਗਰੀਮੈਂਟ ਪੁਆਇੰਟਸ ਆਫ ਦਿਸ ਨੋਸ਼ਨ ਇਜ਼ ਦੈਟ ਤੋਂ ਬਾਅਦ ਆਪਣੀ ਜੋ ਵੀ ਟਾਸਕ ਸਟੇਟਮੈਂਟ ਹੈ ਆਪਾਂ ਉਹਨੂੰ ਲਿਖ ਸਕਦੇ ਹਾਂ ਅਤੇ ਉਸ ਤੋਂ ਬਾਅਦ ਉਹਨੂੰ ਐਕਸਪਲੇਨ ਕਰ ਸਕਦੇ ਹਾਂ। ਇਸ ਤਰ੍ਹਾਂ ਕਮੈਂਸ ਵਰਡ ਦਾ ਯੂਜ਼ BP1 ਦੀ ਸਟਾਰਟਿੰਗ ਮੌਕੇ ਕੀਤਾ ਜਾਂਦਾ ਹੈ। ਇਸ ਨੂੰ ਆਪਾਂ ਬਿਗਿਨ ਵੀ ਕਹਿ ਸਕਦੇ ਹਾਂ। ਕਈ ਸਟੂਡੈਂਟਸ ਯੂਜ਼ ਕਰਦੇ ਨੇ ਬਿਗਿਨ ਵਿਦ, ਕਈ ਸਟੂਡੈਂਟ ਕਰਦੇ ਨੇ ਟੂ ਸਟਾਰਟ ਵਿਦ, ਪਰ ਇਹ ਸਟਾਰਟ ਅਤੇ ਬਿਗਿਨ ਇੱਕ ਨੋਰਮਲ ਵਰਡ ਨੇ। ਜੇਕਰ ਉਸ ਦੀ ਜਗ੍ਹਾ 'ਤੇ ਆਪਾਂ ਕਮੈਂਸ ਵਿਦ ਯੂਜ਼ ਕਰਾਂਗੇ, ਟੂ ਕਮੈਂਸ ਵਿਦ, ਤਾਂ ਇਹ ਡੈਫੀਨੇਟਲੀ ਆਪਣੇ ਸਕੋਰ ਐਨਹਾਂਸ ਕਰੇਗਾ, ਕਿਉਂਕਿ ਕਮੈਂਸ ਇੱਕ 7.5 ਬੈਂਡ ਵੋਕੈਬਲਰੀ ਵਰਡ ਹੈ ਜੋ ਕਿ ਐਗਜ਼ਾਮੀਨਰ 'ਤੇ ਬੈਟਰ ਇੰਪ੍ਰੈਸ਼ਨ ਪਾਉਂਦਾ ਹੈ ਐਜ਼ ਕੰਪੇਅਰ ਟੂ ਸਟਾਰਟ ਔਰ ਬਿਗਿਨ। ਨੈਕਸਟ ਵਰਡ ਹੈ ਫਰੈਂਡਸ ਪ੍ਰੀਡੋਮੀਨੈਂਟ। ਇਹ ਇੱਕ ਬਹੁਤ ਹੀ ਵਧੀਆ ਵਰਡ ਹੈ, ਬੜਾ ਟੇਸਟੀ ਵਰਡ ਹੈ, ਜਿਹਨੂੰ ਯੂਜ਼ ਕਰਕੇ ਆਪਾਂ ਆਪਣਾ ਐਗਜ਼ਾਮੀਨਰ ਅੱਗੇ ਇੰਪ੍ਰੈਸ਼ਨ ਬਹੁਤ ਵਧੀਆ ਪਾ ਸਕਦੇ ਹਾਂ। ਪ੍ਰੀਡੋਮੀਨੈਂਟ ਦਾ ਮੀਨਿੰਗ ਹੁੰਦਾ ਹੈ ਮੇਨ। ਇਹਨੂੰ ਕਾਮਨ ਦੇ ਲਈ ਵੀ ਯੂਜ਼ ਕਰਦੇ ਨੇ, ਕਾਮਨ ਜਾਂ ਮੇਨ ਦੇ ਲਈ ਰਾਈਟਿੰਗ ਟਾਸਕ 2 ਦੇ ਵਿੱਚ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਹੈ। ਜਿਵੇਂ ਕਿ ਫੋਰ ਐਗਜ਼ਾਮਪਲ, ਟੂ ਕਮੈਂਸ ਵਿਦ ਦ ਪ੍ਰੀਡੋਮੀਨੈਂਟ ਰੀਜ਼ਨ ਬਿਹਾਈਂਡ ਦ ਸੋਇਲ ਇਰੋਜ਼ਨ ਇਜ਼ ਦੈਟ। ਜਦੋਂ ਆਪਾਂ ਨੇ ਫਸਟ ਲਾਈਨ ਲਿਖਣੀ ਹੈ BP1 ਦੀ, ਅਤੇ ਉਹਦੇ 'ਚ ਆਪਾਂ ਨੇ ਰੀਜ਼ਨ ਐਕਸਪਲੇਨ ਕਰਨੇ ਨੇ, ਲਾਈਕ ਵੀ ਮੇਨ ਰੀਜ਼ਨ ਇਸ ਦਾ ਇਹ ਹੈ। ਜਦੋਂ ਆਪਾਂ ਫਸਟ ਲਾਈਨ ਦੇ ਵਿੱਚ ਕਹਿੰਦੇ ਕਿ ਸੋਇਲ ਇਰੋਜ਼ਨ ਦਾ ਮੇਨ ਰੀਜ਼ਨ ਇਹ ਹੈ, ਉਸ ਟਾਈਮ ਯੂਜ਼ ਕਰਾਂਗੇ ਪ੍ਰੀਡੋਮੀਨੈਂਟ। ਟੂ ਕਮੈਂਸ ਵਿਦ ਦ ਪ੍ਰੀਡੋਮੀਨੈਂਟ ਰੀਜ਼ਨ ਬਿਹਾਈਂਡ ਦ ਸੋਇਲ ਇਰੋਜ਼ਨ ਇਜ਼ ਰੇਨ ਵਾਟਰ ਇਟਸੈਕਟਰਾ। ਜੋ ਵੀ ਤੁਹਾਡਾ ਰੀਜ਼ਨ ਹੈ ਅਤੇ ਉਸ ਤੋਂ ਬਾਅਦ ਤੁਸੀਂ ਰੀਜ਼ਨ ਨੂੰ ਐਕਸਪਲੇਨ ਕਰ ਸਕਦੇ ਹੋ। ਇਹ ਵੀ ਬੜਾ ਟੇਸਟੀ ਵੋਕੈਬਲਰੀ ਵਰਡ ਹੈ ਜਿਹੜਾ ਕਿ 8 ਬੈਂਡ ਦੀ ਰਾਈਟਿੰਗ ਦੇ ਵਿੱਚ ਆਉਂਦਾ ਹੈ। ਨੈਕਸਟ ਵਰਡ ਹੈ ਫਰੈਂਡਸ ਐਲੂਸੀਡੇਟ। ਐਲੂਸੀਡੇਟ ਦਾ ਮਤਲਬ ਹੁੰਦਾ ਹੈ ਐਕਸਪਲੀਕੇਟ। ਕਿਸੇ ਚੀਜ਼ ਨੂੰ ਐਕਸਪਲੇਨ ਕਰਨ ਮੌਕੇ ਇਸ ਵਰਡ ਦਾ ਯੂਜ਼ ਕਰਦੇ ਹਾਂ। ਜਨਰਲੀ ਜੇ ਗੱਲ ਕਰੀਏ ਤਾਂ ਰਾਈਟਿੰਗ ਟਾਸਕ 2 ਦੇ ਵਿੱਚ ਇਹ ਵਰਡ ਯੂਜ਼ ਹੁੰਦਾ ਹੈ। ਜਿਵੇਂ ਕਿ ਆਪਾਂ ਇਨ ਅਦਰ ਵਰਡਸ ਯੂਜ਼ ਕਰਦੇ ਹਾਂ ਜਦੋਂ ਆਪਾਂ ਨੇ ਟਾਸਕ ਸਟੇਟਮੈਂਟ ਦੇ ਆਈਡੀ ਨੂੰ ਐਕਸਪਲੇਨ ਕਰਨਾ ਹੁੰਦਾ ਹੈ, ਤਾਂ ਉਸ ਮੌਕੇ ਆਪਾਂ ਟੂ ਐਕਸਪਲੇਨ ਇਟ ਯੂਜ਼ ਕਰਦੇ ਹਾਂ, ਟੂ ਐਕਸਪਲੀਕੇਟ ਇਟ, ਜਾਂ ਟੂ ਇਨ ਅਦਰ ਵਰਡਸ ਦਾ ਕਨੈਕਟਰ ਯੂਜ਼ ਕਰਦੇ ਹਾਂ। ਜਨਰਲੀ ਉੱਥੇ ਆਪਾਂ ਇਹਨੂੰ ਹਰ ਇੱਕ ਐਸੇ ਦੇ ਵਿੱਚ ਫਿੱਟ ਕਰ ਸਕਦੇ ਹਾਂ ਟੂ ਐਲੂਸੀਡੇਟ ਇਟ ਲਗਾ ਕੇ, ਜਿਹੜਾ ਕਿ ਬੜਾ ਇਫੈਕਟਿਵ ਵੋਕੈਬਲਰੀ ਵਰਡ ਹੈ, 8 ਬੈਂਡ ਵੋਕੈਬਲਰੀ ਵਰਡ ਹੈ। ਇਹ ਆਪਣੇ ਵੋਕੈਬਲਰੀ ਦੇ ਸਕੋਰ ਡੈਫੀਨੇਟਲੀ ਇਨਕਰੀਜ਼ ਕਰੇਗਾ। ਅਦਰ ਯੂਜ਼ ਕੀ ਹੈ ਇਸ ਵਰਡ ਦਾ, ਲਾਈਕ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਸ ਵਰਡ ਨੂੰ ਆਪਾਂ ਯੂਜ਼ ਕਰਦੇ ਹਾਂ ਜਿੱਥੇ ਐਕਸਪਲੀਕੇਟ ਦੀ ਗੱਲ ਆ ਜਾਂਦੀ ਹੈ। ਜਦੋਂ ਆਪਾਂ ਨੇ ਕਹਿਣਾ ਕਿ ਮੈਂ ਇਸ ਚੀਜ਼ ਨੂੰ ਐਕਸਪਲੇਨ ਕਰਨ ਜਾ ਰਹੇ ਹਾਂ, ਜਿਵੇਂ ਕਿ ਥੀਸਿਸ ਲਾਈਨ ਦੇ ਵਿੱਚ, ਫੋਰ ਐਗਜ਼ਾਮਪਲ ਇਨ ਥੀਸਿਸ ਲਾਈਨ, ਜਿਵੇਂ ਆਪਾਂ ਕਹਿਣਾ ਹੈ ਕਿ ਇਨ ਦਿਸ ਐਸੇ ਆਈ ਵਿਲ ਐਲੂਸੀਡੇਟ ਅਬਾਊਟ ਦ ਰੀਜ਼ਨਸ ਫॉर द एयर पोल्यूशन, कि मैं इस ਐਸੇ ਦੇ ਵਿੱਚ 에ਅਰ ਪੋਲਿਊਸ਼ਨ ਦੇ ਰੀਜ਼ਨਸ ਬਾਰੇ ਡਿਸਕ੍ਰਾਈਬ ਕਰਾਂਗਾ ਜਾਂ ਐਕਸਪਲੇਨ ਕਰਾਂਗਾ। ਅਜਿਹੀ ਲਾਈਨ ਦੇ ਵਿੱਚ ਆਪਾਂ ਇਸ ਵਰਡ ਦਾ ਯੂਜ਼ ਕਰ ਸਕਦੇ ਹਾਂ। ਇਹ ਵੋਕੈਬਲਰੀ ਵਰਡ ਇੱਕ 8 ਬੈਂਡ ਵੋਕੈਬਲਰੀ ਵਰਡ ਮੰਨਿਆ ਜਾਂਦਾ ਹੈ। ਇਹ ਆਪਣੀ ਲੈਕਸੀਕਲ ਰਿਸੋਰਸ ਡੈਫੀਨੇਟਲੀ ਐਨਹਾਂਸ ਕਰੇਗਾ ਆਪਣੇ ਐਸੇ ਰਾਈਟਿੰਗ ਦੇ ਵਿੱਚ। ਨੈਕਸਟ ਵਰਡ ਹੈ ਫਰੈਂਡਸ ਐਪੀਟੋਮ। ਐਪੀਟੋਮ ਦਾ ਮਤਲਬ ਹੈ ਐਗਜ਼ਾਮਪਲ, ਕਿਸੇ ਚੀਜ਼ ਦੀ ਐਗਜ਼ਾਮਪਲ ਦੇਣਾ। ਜਦੋਂ ਆਪਾਂ ਰਾਈਟਿੰਗ ਟਾਸਕ 2 ਦੇ ਵਿੱਚ ਐਗਜ਼ਾਮਪਲ ਦੇਣੀ ਹੁੰਦੀ ਹੈ ਤਾਂ ਆਪਾਂ ਜਨਰਲੀ ਉੱਥੇ ਲਿਖਦੇ ਹਾਂ ਫॉर ਐਗਜ਼ਾਮਪਲ, ਪਰ ਉਹ ਇੱਕ ਕਾਮਨ ਵਰਡ ਹੈ। ਫॉर ਐਗਜ਼ਾਮਪਲ ਹਰ ਇੱਕ ਯੂਜ਼ ਕਰਦਾ ਹੈ, ਪਰ ਜੇਕਰ ਆਪਾਂ ਉਸ ਨੂੰ ਰਿਪਲੇਸ ਕਰ ਦਈਏ ਟੂ ਐਪੀਟੋਮ ਦੇ ਨਾਲ ਤਾਂ ਇਹ ਇੱਕ 8 ਬੈਂਡ ਵੋਕੈਬਲਰੀ ਵਰਡ ਬਣ ਗਿਆ, ਜਿਹੜਾ ਕਿ ਆਪਣੀ ਸਕੋਰਿੰਗ ਨੂੰ ਇਨਕਰੀਜ਼ ਕਰੇਗਾ। ਜਿਵੇਂ ਕਿ ਆਪਣੀ ਲੈਕਸੀਕਲ ਰਿਸੋਰਸ ਦੇ ਪੋਰਸ਼ਨ ਨੂੰ ਕੰਪਲੀਟ ਕਰਨ ਦੇ ਲਈ ਆਪਾਂ ਇਹਨਾਂ ਵਰਡਸ ਦਾ ਯੂਜ਼ ਕਰ ਸਕਦੇ ਹਾਂ, ਜਿਵੇਂ ਕਿ ਫॉर ਐਗਜ਼ਾਮਪਲ ਦੀ ਜਗ੍ਹਾ 'ਤੇ ਟੂ ਐਪੀਟੋਮ, ਜਿਹੜਾ ਕਿ ਇਫੈਕਟਿਵ ਹੈ। ਇਸ ਕਰਕੇ ਅੱਜ ਤੋਂ ਫॉर ਐਗਜ਼ਾਮਪਲ ਲਿਖਣਾ ਬੰਦ ਅਤੇ ਟੂ ਐਪੀਟੋਮ ਦਾ ਯੂਜ਼ ਵਧਾਓ, ਜੋ ਕਿ ਤੁਹਾਡੀ ਲੈਕਸੀਕਲ ਰਿਸੋਰਸ ਨੂੰ ਐਨਹਾਂਸ ਕਰੇਗਾ। ਇਸ ਦੀ ਐਗਜ਼ਾਮਪਲ ਦੀ ਕੋਈ ਖਾਸ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਇੱਕ ਜਸਟ ਚੇਪਣ ਵਾਲਾ ਵਰਡ ਹੈ। ਆਪਾਂ ਕਹਿ ਸਕਦੇ ਹਾਂ
ਕਿ ਇਹਨੂੰ ਰਿਪਲੇਸ ਕਰ ਦਿਓ ਬਸ ਟੂ ਐਪੀਟੋਮ ਲਿਖੋ ਤੇ ਉਸ ਤੋਂ ਬਾਅਦ ਜੋ ਵੀ ਤੁਹਾਡੀ ਐਗਜ਼ਾਮਪਲ ਹੈ ਉਹਨੂੰ ਰਾਈਟ ਕਰ ਦਿਓ। ਫਰੈਂਡਸ ਨੈਕਸਟ ਵਰਡ ਹੈ ਜੀ ਅਫੋਰਮੈਂਸ਼ਨਡ। ਅਫੋਰਮੈਂਸ਼ਨਡ ਦਾ ਮਤਲਬ ਹੈ ਮੈਂਸ਼ਨਡ ਬਿਫੋਰ, ਪਹਿਲਾਂ ਮੈਂਸ਼ਨ ਕੀਤਾ ਗਿਆ। ਜਿਹੜੀ ਵੀ ਚੀਜ਼ ਪਹਿਲਾਂ ਮੈਂਸ਼ਨ ਕੀਤੀ ਗਈ ਹੈ ਆਪਾਂ ਉਸ ਦੇ ਲਈ ਯੂਜ਼ ਕਰਦੇ ਹਾਂ ਅਫੋਰਮੈਂਸ਼ਨਡ। ਇਹ ਆਪਾਂ ਜਨਰਲੀ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ BP1 ਤੋਂ ਸੈਕਿੰਡ BP ਤੇ ਜਾਣਾ ਹੈ ਤੇ ਉਹਦੇ 'ਚ ਗੱਲ ਕਰਨੀ ਹੈ ਕਿ ਜਿਵੇਂ ਪਹਿਲਾਂ ਵਾਲੇ ਪੈਰਾਗ੍ਰਾਫ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਤੇ ਮੈਂ ਫਰਦਰ ਵੀ ਉਸੇ ਪੈਰਾਗ੍ਰਾਫ ਦੇ ਨਾਲ ਅਗਰੀਮੈਂਟ ਦੇ ਪੁਆਇੰਟਸ ਡਿਸਕਰਾਈਬ ਕਰ ਰਿਹਾ ਹਾਂ ਤਾਂ ਉੱਥੇ ਯੂਜ਼ ਕਰ ਸਕਦੇ ਹਾਂ ਆਪਾਂ ਅਫੋਰਮੈਂਸ਼ਨਡ। ਫੋਰ ਐਗਜ਼ਾਮਪਲ ਦੇਖਦੇ ਹਾਂ, ਕੰਸੀਡਰਿੰਗ ਫਰਦਰ ਸਮ ਵਿਊ ਪੁਆਇੰਟਸ ਇਨ ਫੇਵਰ ਆਫ ਅਫੋਰਮੈਂਸ਼ਨਡ ਪੈਰਾਗ੍ਰਾਫ। ਇਹਦਾ ਮਤਲਬ ਹੈ ਕਿ ਮੈਂ ਅੱਗੇ ਕੰਸੀਡਰ ਕਰਨ ਜਾ ਰਿਹਾ ਹਾਂ ਕੁਝ ਕੁ ਵਿਊ ਪੁਆਇੰਟਸ ਜਿਹੜੇ ਅਫੋਰਮੈਂਸ਼ਨਡ ਪੈਰਾਗ੍ਰਾਫ ਨੂੰ ਸਪੋਰਟ ਕਰਦੇ ਨੇ, ਕਿ ਜਿਵੇਂ ਅਫੋਰਮੈਂਸ਼ਨ ਦੇ ਵਿੱਚ ਮੈਂ ਐਗਰੀ ਸੀ ਤਾਂ ਅਗਲੇ ਪੁਆਇੰਟ ਵੀ ਮੈਂ ਐਗਰੀਮੈਂਟ ਦੇ ਦੇਣ ਜਾ ਰਿਹਾ ਜਿਹੜੇ ਕਿ ਉਹਨਾਂ ਦੇ ਨਾਲ ਹੀ ਰਿਲੇਟਡ ਨੇ ਜਿਹੜੇ ਅਫੋਰਮੈਂਸ਼ਨਡ ਪੈਰਾਗ੍ਰਾਫ ਦੇ ਵਿੱਚ ਮੈਂਸ਼ਨ ਕੀਤੇ ਗਏ ਸੀ ਉੱਪਰ ਪੈਰਾਗ੍ਰਾਫ ਦੇ ਵਿੱਚ। ਉਸ ਟਾਈਮ ਜਦੋਂ ਆਪਾਂ ਨੇ ਕਹਿਣਾ ਹੋਵੇ ਕਿ ਉੱਪਰ ਮੈਂਸ਼ਨ ਕੀਤੇ ਗਏ ਪੈਰਾਗ੍ਰਾਫ ਦੇ ਵਿੱਚ ਇਹ ਚੀਜ਼ ਪਈ ਹੈ ਉੱਥੇ ਆਪਾਂ ਅਫੋਰਮੈਂਸ਼ਨਡ ਯੂਜ਼ ਕਰਦੇ ਹਾਂ। ਨੈਕਸਟ ਵਰਡ ਹੈ ਫਰੈਂਡਸ ਪ੍ਰੀਸਾਈਜ਼ ਦਾ ਮਤਲਬ ਹੁੰਦਾ ਹੈ ਸਹੀ। ਇਹਨੂੰ ਆਪਾਂ ਕਹਿ ਸਕਦੇ ਹਾਂ ਪ੍ਰੋਪਰ ਮੀਨਿੰਗ ਇਹਦਾ ਇਹ ਹੈ ਐਕੂਰੇਟ ਜਾਂ ਐਗਜ਼ੈਕਟ। ਕੋਈ ਚੀਜ਼ ਐਗਜ਼ੈਕਟ ਜਾਂ ਐਕੂਰੇਟ, ਪੂਰੀ ਸਹੀ। ਐਕੂਰੇਟ ਟਾਈਮ, ਪ੍ਰੀਸਾਈਜ਼ ਮੂਵਮੈਂਟ, ਇਸ ਤਰ੍ਹਾਂ ਦੀਆਂ ਕੋਲੋਕੇਸ਼ਨਸ ਦੇ ਨਾਲ ਇਹ ਯੂਜ਼ ਕੀਤਾ ਜਾਂਦਾ ਹੈ ਪ੍ਰੀਸਾਈਜ਼ ਵਰਡ। ਤੇ ਇਹਨੂੰ ਰਾਈਟਿੰਗ ਟਾਸਕ 2 ਦੇ ਵਿੱਚ ਕਿੱਦਾਂ ਯੂਜ਼ ਕਰ ਸਕਦੇ ਹਾਂ? ਇਸ ਨੂੰ ਰਾਈਟਿੰਗ ਟਾਸਕ 2 ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਟੂ ਬੀ ਮੋਰ ਪ੍ਰੀਸਾਈਜ਼। ਇਹ ਪੂਰਾ ਇੱਕ ਕਨੈਕਟਰ ਬਣ ਜਾਂਦਾ ਹੈ ਫਰੈਂਡਸ। ਜਦੋਂ ਆਪਾਂ ਟੂ ਬੀ ਮੋਰ ਪ੍ਰੀਸਾਈਜ਼ ਲਿਖਦੇ ਹਾਂ ਰਾਈਟਿੰਗ ਟਾਸਕ 2 ਦੇ ਵਿੱਚ ਉਹ ਬੜਾ ਇਫੈਕਟਿਵ ਲੱਗਦਾ ਹੈ ਤੇ ਮੋਸਟਲੀ ਜਨਰਲੀ ਇਹ ਯੂਜ਼ ਕੀਤਾ ਜਾਂਦਾ ਹੈ ਜਦੋਂ ਆਪਾਂ ਨੇ ਐਕਸਪਲੇਨ ਕਰਨਾ ਹੁੰਦਾ ਆਪਣੀ ਟਾਸਕ ਸਟੇਟਮੈਂਟ ਨੂੰ। ਉਸ ਟਾਈਮ ਤੇ ਇਹ ਇੱਕ ਕਨੈਕਟਰ ਹੈ ਫਰੈਂਡਸ। ਆਪਾਂ ਇਹਨੂੰ ਰੀਡਿੰਗ ਦੇ ਵਿੱਚ ਵੀ ਕਾਮਨਲੀ ਪੜ੍ਹ ਸਕਦੇ ਹਾਂ। ਇਸ ਕਨੈਕਟਰ ਨੂੰ ਉਦੋਂ ਯੂਜ਼ ਕੀਤਾ ਜਾਂਦਾ ਹੈ ਜਦੋਂ ਆਪਾਂ ਰਾਈਟਿੰਗ ਟਾਸਕ ਦੇ ਵਿੱਚ ਟਾਸਕ ਸਟੇਟਮੈਂਟ, ਕਿਸੇ ਵੀ ਪੈਰਾਗ੍ਰਾਫ ਦੀ ਟਾਸਕ ਸਟੇਟਮੈਂਟ ਨੂੰ ਅੱਗੇ ਐਕਸਪਲੇਨ ਕਰਨਾ ਹੁੰਦਾ ਹੈ। ਇਸ ਦਾ ਟੂ ਬੀ ਮੋਰ ਪ੍ਰੀਸਾਈਜ਼ ਦਾ ਪੂਰਾ ਮਤਲਬ ਹੈ ਵਧੇਰੇ ਸਟੀਕ ਹੋਣਾ ਪੰਜਾਬੀ ਦੇ ਵਿੱਚ, ਜਿਸ ਦਾ ਜੇਕਰ ਇਸ ਨੂੰ ਐਕਸਪਲੇਨ ਕਰੀਏ ਇਸ ਦਾ ਮਤਲਬ ਹੈ ਕਿ ਡੂੰਘਾਈ ਦੇ ਵਿੱਚ ਜਾਣਾ। ਉਸ ਟਾਸਕ ਸਟੇਟਮੈਂਟ ਦੇ ਡੂੰਘਾਈ ਦੇ ਵਿੱਚ ਜਾਣ ਦੇ ਲਈ ਆਪਾਂ ਇੱਕ ਕਰੈਕਟਰ ਯੂਜ਼ ਕਰਦੇ ਹਾਂ ਟੂ ਬੀ ਮੋਰ ਪ੍ਰੀਸਾਈਜ਼, ਇਸ ਬਾਰੇ ਹੋਰ ਜਾਣਨ ਦੇ ਲਈ। ਤਾਂ ਉਸ ਤੋਂ ਬਾਅਦ ਆਪਣੀ ਐਕਸਪਲੇਨੇਸ਼ਨ ਸ਼ੁਰੂ ਕਰੋ ਜੋ ਵੀ ਤੁਸੀਂ ਐਕਸਪਲੇਨ ਕਰਨਾ ਚਾਹੁੰਦੇ ਹੋ। ਇਸ ਤਰ੍ਹਾਂ ਇਹ ਵਰਡ ਦਾ ਯੂਜ਼ ਕੀਤਾ ਜਾਂਦਾ ਹੈ। ਇਹ ਵਰਡ ਇੱਕ ਹਾਈ ਵੋਕੈਬਲਰੀ ਵਰਡ ਹੈ ਤੇ ਇੱਕ ਹਾਈ ਵੋਕੈਬਲਰੀ ਕਨੈਕਟਰ ਵੀ ਕੰਸੀਡਰ ਕੀਤਾ ਜਾਂਦਾ ਹੈ ਰਾਈਟਿੰਗ ਟਾਸਕ ਦੇ ਵਿੱਚ। ਜੇਕਰ ਤੁਸੀਂ ਇਸ ਨੂੰ ਯੂਜ਼ ਕਰੋਗੇ ਤਾਂ ਤੁਸੀਂ ਡੈਫੀਨੇਟਲੀ ਸਕੋਰ ਹਾਇਰ ਅਟੇਨ ਕਰੋਗੇ ਆਪਣੇ ਆਇਲਸ ਦੇ ਵਿੱਚੋਂ। ਸੋ ਨੈਕਸਟ ਵਰਡ ਹੈ ਫਰੈਂਡਸ ਰਿਕੈਪਚੂਲੇਟ। ਇਹ ਇੱਕ 9 ਬੈਂਡ ਵੋਕੈਬਲਰੀ ਵਰਡ ਹੈ। ਬਹੁਤ ਰੇਅਰ ਸਟੂਡੈਂਟ ਇਸ ਨੂੰ ਯੂਜ਼ ਕਰਦੇ ਨੇ। ਇਹਦਾ ਸਿੰਪਲ ਜਿਹਾ ਯੂਜ਼ ਹੈ ਜਦੋਂ ਇਹਦਾ ਮਤਲਬ ਹੈ ਇਹਦਾ ਮੀਨਿੰਗ ਇਹ ਹੈ ਕਿਸੇ ਚੀਜ਼ ਦਾ ਰਿਕੈਪ। ਜਿਵੇਂ ਕਿ ਆਪਾਂ ਇੱਕ ਪੈਰਾਗ੍ਰਾਫ ਲਿਖਤਾ, ਉਸ ਦਾ ਰਿਕੈਪ ਕੀ ਹੈ? ਪੂਰੇ ਪੇਜ ਦਾ ਰਿਕੈਪਚੂਲੇਟ। ਉਸ ਤਰ੍ਹਾਂ ਉਸ ਦੀ ਸੈਂਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਸ ਨੂੰ ਜਨਰਲੀ ਯੂਜ਼ ਕੀਤਾ ਜਾਂਦਾ ਹੈ ਕਨਕਲੂਜਨ ਵਰਡ ਰਿਪਲੇਸ ਕਰਨ ਦੇ ਲਈ। ਫਰੈਂਡਸ ਆਪਾਂ ਨਾਰਮਲੀ ਲਿਖਦੇ ਹਾਂ ਟੂ ਕਨਕਲੂਡ, ਦੈਟ, ਟੂ ਇਨ ਕਨਕਲੂਜਨ, ਇਹ ਵਰਡਸ ਯੂਜ਼ ਕਰਦੇ ਹਾਂ। ਟੂ ਸਮ ਅਪ ਯੂਜ਼ ਕਰਦੇ ਹਾਂ। ਇਹ ਇੱਕ ਕਨੈਕਟਰ ਨੇ। ਇਹ ਕਨਕਲੂਜਨ, ਟੂ ਸਮ ਅਪ, ਇਹ ਸਭ ਇੱਕ ਨਾਰਮਲ ਵਰਡ ਨੇ। ਤੇ ਜੇਕਰ ਇਸ ਦੀ ਜਗ੍ਹਾ ਤੇ ਆਪਾਂ ਟੂ ਰਿਕੈਪਚੂਲੇਟ ਯੂਜ਼ ਕਰੀਏ ਮਤਲਬ ਉਹਦਾ ਵੀ ਸੇਮ ਹੀ ਹੈ, ਪਰ ਉਹ ਵਰਡ ਇੱਕ 9 ਬੈਂਡ ਵੋਕੈਬਲਰੀ ਵਰਡ ਹੈ ਜੋ ਕਿ ਐਗਜ਼ਾਮੀਨਰ ਨੂੰ ਡੈਫੀਨੇਟਲੀ ਇੰਪ੍ਰੈਸ ਕਰੇਗਾ, ਜਿਸ ਦੇ ਨਾਲ ਤੁਹਾਡੀ ਸਕੋਰਿੰਗ ਵੀ ਇਨਕਰੀਜ਼ ਹੋਵੇਗੀ। ਕਿਉਂਕਿ ਉਹ ਇੱਕ 9 ਬੈਂਡ ਵੋਕੈਬਲਰੀ ਵਰਡ ਹੈ। ਜੇਕਰ ਆਪਾਂ ਰਿਕੈਪਚੂਲੇਟ ਯੂਜ਼ ਕਰਦੇ ਹਾਂ ਤਾਂ ਇਹ ਇੱਕ 9 ਬੈਂਡ ਵੋਕੈਬਲਰੀ ਵਰਡ ਹੈ ਜਿਸ ਨਾਲ ਆਪਣੀ ਸਕੋਰਿੰਗ ਡੈਫੀਨੇਟਲੀ ਇਨਕਰੀਜ਼ ਹੋਵੇਗੀ। ਤੇ ਫਰੈਂਡਸ ਫਰਦਰ ਮੈਂ ਤੁਹਾਨੂੰ ਇੱਕ ਨਿੱਕੀ ਜੀ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਕਿਸੇ ਵੀ ਨਵੇਂ ਟੌਪਿਕ ਬਾਰੇ ਵੀਡੀਓ ਚਾਹੁੰਦੇ ਹੋ ਆਇਲਸ ਦੇ ਰਿਲੇਟਡ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਜੋ ਅਸੀਂ ਤੁਹਾਡੇ ਲਈ ਆਉਣ ਵਾਲੀਆਂ ਵੀਡੀਓਜ਼ ਤੁਹਾਡੀ ਇੱਛਾ ਮੁਤਾਬਕ ਬਣਾ ਸਕੀਏ। ਥੈਂਕਸ ਫਰੈਂਡਸ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਸ਼ੇਅਰ ਕਰਨਾ ਤਾਂ ਜੋ ਹੋਰ ਸਟੂਡੈਂਟਸ ਵੀ ਘਰ ਬੈਠ ਕੇ
ਇੰਸਟੀਟਿਊਟ ਵਾਲੀ ਪ੍ਰੈਪਰੇਸ਼ਨ ਕਰ ਸਕਣ ਆਪਣੀ ਆਇਲਸ ਐਗਜ਼ਾਮੀਨੇਸ਼ਨ ਦੇ ਲਈ। ਥੈਂਕਸ ਅ ਲੋਟ ਫॉर ਵਾਚਿੰਗ ਦਿਸ ਵੀਡੀਓ।